ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2000 ਸਾਲ ਪਹਿਲੇ ਔਰ ਤੰਤਰ ਸਿੱਧੀ ਥੋੜੇ ਦਿਨਾਂ ਦੀ ਸਾਧਨਾ ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ, ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ। ਹਿੰਦੁਸਤਾਨ ਦੇ ਵਿੱਚ ਇਸ ਵਕਤ ਦਾ ਇੱਕ ਬੜਾ ਮਸ਼ਹੂਰ ਤਾਂਤਰਿਕ ਇਸ ਵਕਤ ਜੇਲ੍ਹ ਦੇ ਵਿੱਚ ਹੈ, ਚੰਦਰਾ ਸਵਾਮੀ। ਸ਼ਾਇਦ ਆਪਨੇ ਪੇਪਰ ਪੜ੍ਹੇ ਹੋਣ, ਅਖਬਾਰ ਪੜ੍ਹੇ ਹੋਣ, ਖਬਰਾਂ ਸੁਣੀਆਂ ਹੋਣ। ਇਸਨੇ ਆਪਣੀ ਤਾਂਤਰਿਕ ਸਾਧਨਾ ਨਾਲ ਬੜਿਆਂ ਨੂੰ ਮੁੱਠੀ 'ਚ ਕੀਤਾ ਔਰ ਉਹਨਾਂ ਕੋਲ ਗਲਤ ਕੰਮ ਕਰਾਇਆ ਹੈ ਔਰ ਉਹਨਾਂ ਨੇ ਗਲਤ ਕੀਤੇ। ਔਰ ਜਦ ਇਸ ਨੂੰ ਗ੍ਰਿਫਤਾਰ ਕਰਨ ਆਏ, ਮੈਂ ਉਦੋਂ ਹਿੰਦੁਸਤਾਨ ਦੇ 'ਚ ਹੀ ਸੀ ਜਿਸ ਦਿਨ ਇਹ ਅਰੈਸਟ ਹੋਇਆ। ਇਹਨੇ ਕਿਹਾ, ਮੈਨੂੰ ਅਰੈਸਟ ਕੀਤਾ ਤਾਂ ਮੈਂ ਸਾਰੇ ਰਾਜ਼ ਉਗਲ ਦਿਆਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ, ਮੈਂ ਸਭ ਉਗਲ ਦਿਆਂਗਾ। ਪਰ ਜਿਨ੍ਹਾਂ ਦੇ ਰਾਜ਼ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ, ਕੋਰਟ ਨੇ ਅੰਦਰ ਕਰ ਦਿੱਤਾ ਹੈ, ਜੇਲ੍ਹ ਦੇ 'ਚ ਹੈ। ਇਸਨੇ ਕੁਛ ਅਰਸਾ ਪਹਿਲਾਂ ਐਲਾਨੀਆਂ ਵੀ ਕਿਹਾ ਕਿ 2-4 ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦੀ ਮੂਰਤੀਆਂ ਨੇ, ਮੇਰੀ ਤਾਂਤਰਿਕ ਸਿੱਧੀ ਨਾਲ। ਇਸਨੇ ਭਾਰਤ ਵਿੱਚ ਐਸਾ ਦਾਅਵਾ ਕੀਤਾ, ਐਲਾਨੀਆਂ। ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ ਸਿਲਸਿਲਾ ਦੇਖਿਆ ਹੈ। ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ, ਇਹ ਉੱਥੋਂ ਦਾ ਵਾਸੀ ਹੈ। ਅਕਸਰ ਇਸ ਦਾ ਅਲਵਰ ਆਣਾ ਜਾਣਾ ਰਿਹਾ ਹੈ, ਧਾਰਮਿਕ ਸਮਾਗਮਾਂ ਦੇ ਵਿੱਚ ਬੋਲਣਾ ਵੀ ਰਿਹਾ ਇਸ ਦਾ। ਤਾਂਤਰਿਕ ਯੋਗੀ ਹੈ। ਦਿੱਲੀ ਦੇ ਜੋ ਇਸ ਦਾ ਆਸ਼ਰਮ ਹੈ, ਪੁਰਾਣੇ ਕਿਸੇ ਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ। ਔਰ ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ, ਇਸ ਮਹਿਲ ਨੁਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘੱਟ ਤੋਂ ਘੱਟ 10 ਕਰੋੜ ਰੁਪਇਆ ਖਰਚ ਹੋਣਾ ਚਾਹੀਦਾ ਹੈ। ਤਾਂਤਰਿਕ ਵਿਦਵਾਨ ਸਾਈਂ ਬਾਬੇ ਨੂੰ ਵੀ ਤਾਂਤਰਿਕ ਯੋਗੀ ਮੰਨਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦਾ ਹੈ। ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ, ਲੱਖਾਂ ਦੇ ਇਕੱਠ ਦੇ 'ਚ ਉਹਦੀ ਤਸਵੀਰ ਦੇ ਚੋਂ ਵੀ ਰਾਖ ਨਿਕਲਦੀ ਹੈ। ਉਹ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ। ਲੱਖਾਂ ਲੋਕ ਪ੍ਰਭਾਵਿਤ ਹੁੰਦੇ ਨੇ, ਲੱਖਾਂ ਲੋਕ ਉਸ ਦੇ ਪੁਜਾਰੀ ਆਉਂਦੇ ਨੇ। ਪਰ ਮੈਂ ਅਰਜ਼ ਕਰਾਂ, ਪ੍ਰਭੂ ਕਰਕੇ ਨਹੀਂ, ਉਸ ਤੰਤਰ ਸਿੱਧੀ ਕਰਕੇ। ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ। ਔਰ ਇਹ ਤਾਂਤਰਿਕ ਸਿੱਧੀ ਇਸ ਦੇ ਕੋਲ ਚੰਦਰਾ ਸਵਾਮੀ ਕੋਲ ਨਾ ਹੁੰਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ ਸਾਰੇ ਮਿਨਿਸਟਰਾਂ ਨੂੰ ਇਸਨੇ ਮੁੱਠੀ 'ਚ ਨਹੀਂ ਕਰਨਾ ਸੀ। ਸਾਰੇ ਇਸ ਦੀ ਮੁੱਠੀ 'ਚ ਸਨ, ਸਾਰੇ ਇਸ ਦੇ ਇਸ਼ਾਰਿਆਂ ਤੇ ਨੱਚਦੇ ਰਹੇ। ਮੈਂ ਤੇ ਕੁਝ ਇਸ ਤਰ੍ਹਾਂ ਦਾ ਵੀ ਪੜ੍ਹਿਆ ਹੈ ਕਿ ਜ਼ਾਰ ਦੇ ਸਮੇਂ ਰਾਸਪੂਤਨ ਨਾਮ ਦਾ ਇੱਕ ਤਾਂਤਰਿਕ ਰਸ਼ੀਆ ਦੇ 'ਚ ਵੀ ਸੀ, ਜਿਸ ਨੇ ਉਸ ਵਕਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਏ। ਧਰਮ ਬਾਰੇ ਨਫ਼ਰਤ ਰਸ਼ੀਆ ਦੇ 'ਚ ਅਗਰ ਪੈਦਾ ਹੋ ਸਕੀ, ਠੀਕ ਹੈ ਕਿ ਕਾਰਲ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋ, ਲੇਕਿਨ ਇਸ ਦੇ 'ਚ ਕੁਝ ਉਸ ਤਾਂਤਰਿਕ ਯੋਗੀ ਦਾ ਵੀ ਅਸਰ। ਉਸਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਦੇ ਮਨ ਦੇ 'ਚ ਧਰਮ ਤੋਂ ਨਫ਼ਰਤ ਪੈਦਾ ਹੋਈ। ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨੇ। ਜਿਤਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ, ਉਹ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿਤਨਾ ਗਲਤ ਹੋ ਸਕਦਾ ਹੈ, ਇਤਨਾ ਥੱਲੇ ਹੋ ਸਕਦਾ ਹੈ, ਤਾਂ ਧਰਮ ਕੀ ਹੈ? ਕੁਝ ਵੀ ਨਹੀਂ ਹੈ।
ਮੁਹੰਮਦ ਸਾਹਿਬ ਨੇ ਹਜ਼ਰਤ ਅਲੀ ਨੂੰ ਕਿਹਾ ਸੀ ਇੱਕ ਗੱਲ, ਹਦੀਸ ਮੈਂ ਪੜ੍ਹ ਰਿਹਾ ਸੀ ਇੱਕ ਦਿਨ। ਅਲੀ, ਧਾਰਮਿਕ ਬੰਦੇ ਦੀ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ। ਉਹਦੀ ਇੱਕ ਗਲਤੀ ਨਹੀਂ ਹੈ। ਸ਼ਾਇਦ ਆਮ ਸਾਧਾਰਨ ਬੰਦੇ ਦੀਆਂ ਹਜ਼ਾਰਾਂ ਗਲਤੀਆਂ ਵੀ ਇੱਕ ਗਲਤੀ ਵਰਗੀਆਂ ਹੋਣ, ਕਿਉਂਕਿ ਉਸ ਹਜ਼ਾਰਾਂ ਗਲਤੀਆਂ ਨਾਲ ਉਹ ਖੁਦ ਦੁਖੀ ਹੋਵੇਗਾ, ਜਗਤ ਨਹੀਂ। ਪਰ ਧਾਰਮਿਕ ਮਨੁੱਖ ਦੀ ਇੱਕ ਗਲਤੀ, ਔਰ ਖਾਸ ਕਰਕੇ ਉਹ ਪ੍ਰਤਿਸ਼ਠਿਤ ਹੋਵੇ, ਜਾਣਿਆ ਗਿਆ ਹੋਵੇ, ਸਾਰੇ ਮੰਨਦੇ ਹੋਣ, ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ। ਕਿਉਂਕਿ ਲੱਖਾਂ ਮਨੁੱਖ ਭਟਕਣਗੇ, ਉਹਨਾਂ ਦੀ ਸ਼ਰਧਾ ਨੂੰ ਚੋਟ ਲੱਗੇਗੀ, ਉਹਨਾਂ ਦੀ ਸ਼ਰਧਾ ਟੁੱਟੇਗੀ, ਉਹਨਾਂ ਦੀ ਸ਼ਰਧਾ ਨੂੰ ਆਘਾਤ ਪਹੁੰਚੇਗਾ। ਠੀਕ ਹੈ, ਰਾਜੇ ਭੋਜ ਨੇ ਇਹ ਤਾਂਤਰਿਕ ਆਪਣੇ ਰਾਜਪਾਟ ਚੋਂ ਕੱਢ ਦਿੱਤੇ ਸਨ, ਪਰ ਤੰਤਰ ਵਿਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਧਰ ਦੇ 'ਚ ਹੈ ਤਾਂ ਚਾਈਨਾ ਦੇ 'ਚ ਹੈ, ਅਫਗਾਨਿਸਤਾਨ ਦੇ 'ਚ ਵੀ ਹੈ, ਈਰਾਨ ਦੇ 'ਚ ਵੀ ਹੈ। ਇਹ ਵੀ ਮੈਰਜ ਕਰਦੇ हैं। बस सिर्फ नाम अलग अलग ने, पर यह है। धन गुरु गोबिंद सिंह जी महाराज कहते ने, हे परिपूर्ण परमात्मा, जो तेरा नाम है यही यंत्र है, यही तंत्र है, यही मंत्र है, और कुछ भी नहीं। नमो मंत्र मंत्रं, नमो यंत्र यंत्रं। शायद आप जाप साहब पढ़ते हो, ਜਿਹੜੇ ਨਿਤਨੇਮ ਕਰਦੇ ਨੇ, ਜਾਪ ਸਾਹਿਬ ਦਾ, ਪੰਜ ਬਾਣੀਆਂ ਦਾ ਪਾਠ ਕਰਦੇ ਨੇ, ਉਹਨਾਂ ਦੇ ਸਾਹਮਣੇ ਜਾਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਹੋਣਗੀਆਂ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਸਰਬ ਮੰਤਰੰ। ਫਿਰ ਇਸ ਤਰ੍ਹਾਂ ਦੂਸਰੀ ਛੰਦ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ, ਇਹ ਪ੍ਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ, ਸਾਰੇ ਯੰਤਰਾਂ ਦਾ ਯੰਤਰ ਹੈ, ਸਾਰੇ ਤੰਤਰਾਂ ਦਾ ਤੰਤਰ ਹੈ। ਕਿਸੇ ਤੰਤਰ ਦੀ ਲੋੜ ਨਹੀਂ, ਕਿਸੇ ਯੰਤਰ ਦੀ ਲੋੜ ਨਹੀਂ, ਹੋਰ ਕਿਸੇ ਮੰਤਰ ਦੀ ਲੋੜ ਨਹੀਂ। तो खैर मैं इस वास्ते अर्ज की है कि मनुख कोल शक्ति ते है, ताकत है, एक बच्चे कोल भी है, जवान कोल भी है, बुढ़े कोल भी है, और उस शक्ति दे निकास दे द्वार परमात्मा ने 9 बनाए ने। भी ये शक्ति जब शरीर दे च भर जाए तो इन्हां 9 दरवाजियां दे राही बाहर निकले। तांत्रिक पुरुष निकास दे दरवाजे बंद करते हैं, ये शक्ति बाहर नहीं जानी चाहिए। वेखदियां भी शक्ति बाहर जाती है, शाम तक अखां थक जांदियां देख देख के। मनुख थकदा है देख देख के भी, मनुख थकदा है सुन सुन के भी, मनुख थकदा है बोल बोल के भी, मनुख थकेगा स्पर्श करके भी। ऐसा कुछ भी नहीं कि मनुख दे अंदर थकावट ना पैदा होए। ते थकावट दा मतलब की है, शक्ति दा निकास हो गया। इस शक्ति दे निकास दे दरवाजे बंद करने ने, और जो अंदर संकल्प है करण दा, उस दे उस शक्ति नूं प्रगट करना है। अगर वाकई संकल्प की पूर्ति हो गई तो इसनूं कहंदे ने तांत्रिक सिद्धि प्राप्त हो गई है, ये शक्ति मिल गई। जद लोकी परमात्मा नाल जुड़न दा शौक ना रखन, क्योंकि उत्थे सारियां कामनावां एक पासे रखनियां पैंदियां। काहूं फल की इच्छा नहीं बाछे, केवल भगत कीर्तन संग राचे। हथ जोड़ के मैं माफी मंगा, ऐसा केड़ा पुरुष है जो किसी भी कामना नूं मुख रख के गुरुद्वारे ना आंदा होवे। कोई कामना नहीं, कुछ भी कामना नहीं। हे गुरु, तेरे कोल आना ही एक रस है साडा, तेरे कोल बैठ जाना ही साडी जरूरत है, तेरी गल सुनना ही एक सरूर है, और कोई कामना नहीं।
काहू फल की इच्छा नहीं बाछे। चाहे मनुख तीर्थां ते जा रहे ने, चाहे मनुख आम मंदिर मस्जिद गुरुद्वारियां दे जा रहे ने, रोज जा रहे ने या कदी कदाई जा रहे ने, कोई ना कोई कामना ही खिंच के ले आ रही है। कामना। अखंड पाठ रखिया जा रहा है, कामना। लंगर कराया जा रहा है, कामना। सेवा की जा रही है, कामना। कथा कीर्तन कीता जा रहा है, कोई कामना। कथा कीर्तन सुनिया जा रहा है, कोई कामना। और कामना नाल जोड़ दईए तो पातशाह दी बाणी कहती वह कर्म धार्मिक नहीं है, वह संसारी कर्म हो जाता है, कर्म धंधा हो जाता है, कर्म धर्म नहीं है। अगर उसनों कह दईए कर्म धर्म है तो गुरु अर्जन देव जी कहते हैं पखंड है। कर्म धर्म पाखंड जो दीसे तिन जम जागा ते लोटे। ये मनुख जन्म ते मरण दे चक्कर दे च पेगा, बच नहीं सकता। क्यों? इसदा धर्म जिस कर्म ते खड़ा है इनू भरम है। ये कर्म धार्मिक नहीं है, लेकिन भरम है इसनू ये कि मैं धार्मिक कर्म कर रहा। गौर नाल सरवण करना। कर्म धर्म पाखंड जो दीसे। पाखंड खंडित दो टुकड़ियां च दिखाई कुछ होर देवे और होवे कुछ होर, उन्होंने कहते हैं पखंड। ये गल प्रचलित हुई हाथी दे दंदां तो भी प्रदर्शित करने लई, दिखाण लई हाथी दे दंद कुछ होर ने, पर वस्तु नूं खाण लई, चबाण लई उहदे दंद कुछ होर ने। तो एक मुहावरा प्रचलित हो गया, पखंड की व्याख्या करनी है तो किवें करिए? बस दो लफ्जां च कर देंदे ने, हाथी के दांत खाने के और दिखाने के और, इंज कह दिता जाता है। पखंड। कर्म धर्म पाखंड जो दीसे। जो गिणती है सियाणे मनुखां दी, उते ऐसा कहते ने हजारां दे इकट्ठ दे कोई एक दो मनुख धार्मिक होंदे ने, बाकी सब व्यवहारी वपारी, कुछ कामना है। मैं हजारां दी अज दी गिणती दे हिसाब नाल कहना, सियाणे मनुख कहंदे ने, धन गुरु अर्जन देव जी महाराज दे बोल मैं तुहाडे सामने रखां। कोट मधे को बिरला सेवक होर सगले व्यवहारी। गुरु अर्जन देव जी। ये धार्मिक जगत दे च मंदिर और होर धार्मिक सथलों दे च ये जो दिखाई दे रहे ने, कोट मधे को बिरला सेवक, इन्हां करोड़ां च कोई कद सेवक होवेगा, भगत होवेगा, करोड़ां च। महाराज जो बाकी आ रहे हैं, कोई नमाज पढ़ रहा है, कोई पूजा पाठ कर रहा है, कोई कथा कीर्तन कर रहा है, कोई सुन रहा है, ये कौन ने? फिर ये पंक्ति ध्यान पूर्वक सरवण करना, एवें फोकियां उपमा भी न सुनना। अक्सर बहुत सारी अतकथनी आउंदी है धार्मिक जगत दे च, ते ये भी मैं अर्ज करदे हां, अतकथनियां भी इस वास्ते चल पईयां कि मनुख दा सुनन दा हाजमा बड़ा कमजोर है, पचा नहीं सकता। हाजमा कमजोर है, फिर मनुख उल्टियां करने लग पैंदा है। और ऐसा मैं अक्सर देखा है। इस वास्ते मैं भी अपने जज्बे नूं थोड़ा जिहा काबू च रखे, भी देखी तो सी हाजमा किन्ना किन्नी की गल पचा सकते हैं। तो मैं सारी जगत दे च देखा है, हो सकता है हैवी तो हैवी कोई ग़िज़ा भोजन, भारी भोजन ते कोई पचा लवे, वजनी गल पचानी औखी है, कठिन है, औखी है, बहुत कठिन है। मैं उत्थे सनहोजे कह बैठा, क्योंकि उत्थे एक सिंह कीर्तन कर रहा सी, बड़ी मधुर धुन दे च, मैनू बड़ी प्यारी लगी। ते किसी ने भंड दिता स्टेज ते, और सीधा
ਇਹ ਆਖਿਆ ਵੀ ਤੁਹਾਡੀ ਧੁਨ, ਤੁਹਾਡੀ ਤਰਜ਼ ਨੇ ਸਾਨੂੰ ਫਲਾਣੀ ਫਿਲਮ ਦੀ ਯਾਦ ਕਰਾ ਦਿੱਤੀ ਹੈ, ਤੇ ਅਸੀਂ ਤੇ ਇੰਜ ਮਹਿਸੂਸ ਕੀਤਾ ਜਿਵੇਂ ਥੀਏਟਰ ਦੇ ਵਿੱਚ ਬੈਠੇ ਹਾਂ। ਹੋਰ ਵੀ 5-7 ਗੱਲਾਂ, ਔਰ ਇਹ ਕੀਰਤਨੀਆ ਮੇਰੇ ਅੱਗੋਂ ਰੋਇਆ, ਦੁਖੀ ਹੋਇਆ, ਬਹੁਤ ਦੁਖੀ ਹੋਇਆ। ਮੈਂ ਕਿਹਾ ਗੱਲ ਇਸ ਤਰ੍ਹਾਂ ਹੈ, ਅਗਰ ਕੋਈ ਫਿਲਮ ਸਟਾਰ ਜਿਹੜਾ ਲੂਣ ਵਰਤਦਾ ਹੋਵੇ, ਜਿਹੜੀ ਮਿਰਚ ਵਰਤਦਾ ਹੋਵੇ, ਉਹ ਅਸੀਂ ਨਹੀਂ ਵਰਤਣੀ ਕਿਉਂਕਿ ਉਹ ਵਰਤਦਾ ਹੈ। ਜਿਸ ਸ਼ੌਪ ਤੋਂ ਉਸਨੇ ਬੂਟ ਖਰੀਦੇ ਹੋਣ, ਜੁੱਤੀਆਂ ਖਰੀਦੀਆਂ ਹੋਣ, ਤੇ ਜਿਸ ਢੰਗ ਦੀਆਂ ਖਰੀਦੀਆਂ ਹੋਣ, ਉਹ ਨਹੀਂ ਪਹਿਨਣੀਆਂ ਕਿਉਂਕਿ ਫਿਲਮ ਸਟਾਰ ਪਹਿਨਦੇ ਨੇ। ਜਿਹੜਾ ਕਪੜਾ ਉਸਨੇ ਬਾਜ਼ਾਰੋਂ ਖਰੀਦਿਆ ਹੋਵੇ, ਜਿਸ ਥਾਂ ਤੋਂ ਖਰੀਦਿਆ ਹੋਵੇ, ਤੇ ਆਖੀ ਇਹ ਕਪੜਾ ਲੈਣਾ ਹੀ ਨਹੀਂ ਕਿਉਂਕਿ ਫਿਲਮ ਸਟਾਰ ਲੈ ਲੈਂਦੇ ਨੇ। 7 ਸੁਰਾਂ ਨੇ, ਹੁਣ 7 ਸੁਰਾਂ ਦੇ ਵਿੱਚ ਧੁਨ ਬਣਾਣੀ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਇੱਕ ਸੰਗੀਤਕਾਰ ਨੇ ਇਹ ਥੋੜਾ ਹੀ ਅਰਸਾ ਹੋਇਆ ਇੱਥੇ ਕਬੂਲ ਕੀਤੀ, ਮੇਰੇ ਕੋਲ ਗੱਲ ਇੱਥੇ ਹੀ ਮਿਲਿਆ ਕੈਲੀਫੋਰਨੀਆ 'ਚ, ਵੀ ਅਸੀਂ ਕੁਝ ਰਾਗੀਆਂ ਦੀਆਂ ਧੁਨਾਂ ਉਹਨਾਂ ਤੋਂ ਤਰਜ਼ਾਂ ਬਣਾਈਆਂ। ਹਾਂ, ਸਰਦੂਲ ਕੁਆਤਰਾ ਕਰਕੇ ਮੈਨੂੰ ਮਿਲਿਆ ਇਧਰ ਸਨੋਜ਼ੇ ਦੇ ਪਿਛਲੇ ਸਾਲ। ਉਹਨੇ ਸਾਫ਼ ਕਬੂਲ ਕਰ ਲਿਆ, ਮੰਨ ਲਿਆ ਵੀ ਇਹ ਤੇ 7 ਸੁਰਾਂ ਨੇ, ਉਹਨੂੰ ਤਰਤੀਬ ਦੇ ਕੇ ਇੱਕ ਧੁਨ ਬਣਾ ਦੇਣੀ ਹੈ। ਮੈਂ ਬਣਾ ਦਿੱਤੀ ਤੇ ਫਿਲਮ ਹੀ ਹੋ ਗਈ, ਕਿਸੇ ਰਾਗੀ ਸਿੰਘ ਨੇ ਬਣਾ ਦਿੱਤੀ ਤੇ ਕੀਰਤਨ ਹੋ ਗਿਆ। ਤੇ 7 ਸੁਰਾਂ ਨੇ, ਵਾਕਈ 7 ਸੁਰਾਂ ਨੇ, ਤੇ 7 ਸੁਰਾਂ ਨੂੰ ਹੀ ਤਰਤੀਬ ਦੇਣੀ ਹੈ ਨਾ। ਆਖਰ ਮਸਾਲਿਆਂ ਨੂੰ, ਸਬਜ਼ੀ ਨੂੰ ਤਰਤੀਬ ਦੇ ਕੇ ਹੀ ਸਬਜ਼ੀ ਬਣਨੀ ਹੈ। ਕੱਟਣਾ ਹੈ, ਕੁੱਟਣਾ ਹੈ, ਉਹਦੇ ਚ ਮਸਾਲੇ ਪਾਣੇ ਨੇ, ਅੱਗ ਤੇ ਰੱਖਣਾ ਹੈ। ਜਿਹੜਾ ਢੰਗ ਇੱਕ ਫਿਲਮ ਸਟਾਰ ਦਾ ਹੈ ਸਬਜ਼ੀ ਬਣਾਉਣ ਦਾ, ਯਕੀਨ ਜਾਣੋ ਬਾਕੀਆਂ ਦਾ ਵੀ ਹੋਈ ਹੈ। ਜਿਸ 7 ਸੁਰਾਂ ਦੇ ਚੋਂ ਫਿਲਮ ਸਟਾਰ ਸੰਗੀਤ ਦੀ ਧੁਨ ਬਣਾਉਂਦੇ ਨੇ ਜਾਂ ਫਿਲਮ ਮਿਊਜ਼ਿਕ ਡਾਇਰੈਕਟਰ ਧੁਨ ਬਣਾਉਂਦੇ ਨੇ, ਉਸੇ ਚ ਸਾਰਾ ਜਗਤ ਬਣਾਉਂਦਾ ਹੈ। फर्क सिर्फ इतना इंज कह दईए कि एक फिल्मी स्टार ने खाना बनाया है तो ये उसका खाना फिल्मी खाना हो गया, इंज कवांगे फिल्मी खाना हो गया। नहीं, इस तरह की गल नहीं है। मैं उसनों आख्या तू शब्द सुन के थिएटर दे चला गया तो तू धुन सुनदा रहा, तू शब्द सुनिया ही नहीं। गुरसिख आशिक शब्द दे, भाई साहब भाई गुरदास जी कहते हैं गुरसिख ते शब्द दा आशिक है। शब्द भोजन है। एक साधारण संगीत दी धुन, साधारण जिसनों कह दईए सुर दे च भी नहीं सी, ताल दे च भी नहीं सी, लेकिन है सी गुरु दा शब्द। हुण जिन्हों भुख लगी होवे, बहुत भुख लगी होवे, ते ओहदे अगों भोजन रख दईए पतलां दे च, मिट्टी दे भांडियां च। कदी भुखे ने 4 दिन का भुखा होवे, वो ये आखेगा नहीं चांदी दे भांडियां च रखो तां खावांगा, सोने दे भांडियां च रखो तां खावांगा। भुखा ते खा जाएगा। भांडियां नाल की मतलब? भोजन नाल मतलब है। पर हो सकता है किसी बदअज़मी करके भुख ना लगी होवे, किसी कारण करके सोने दे भांडे च भी पिया होया भोजन होवे, शायद स्वादी ना होवे, शायद रस जो है ना लगे। संगीत दी धुन चांदी दे भांडे ने, सोने दे भांडे ने, हीरे मोतियां नाल जड़त हो सकते ने, पर कोई ऐसा भी हो सकता है शायद मिट्टी दे भांडियां च पेश करे। पर मैं अर्ज करा, घ्यो मिट्टी दे भांडे च, चांदी दे भांडे च, सोने दे भांडे च घ्यो ही है, अमृत अमृत ही है। गुरसिख आशिक शब्द दे, सिख ने जुड़ना है शब्द नाल।
तो गुरुद्वारे कोई आ सकता अपनी कामना ਨੂੰ ਮੁੱਖ ਰੱਖ ਕੇ, ਆਪਣੀ ਵਾਸ਼ਨਾ ਨੂੰ ਮੁੱਖ ਰੱਖ ਕੇ, ਕੋਈ ਕਵਿਤਾ ਨੂੰ ਮੁੱਖ ਰੱਖ ਕੇ, ਕੋਈ ਸੰਗੀਤ ਨੂੰ ਮੁੱਖ ਰੱਖ ਕੇ। ਇੱਕ ਸੱਜਣ ਤੇ ਮੈਨੂੰ ਕਹਿਣ ਲੱਗਾ, ਗੈਨੀ ਜੀ ਥੋੜਾ ਜਿਹਾ ਹਾਸ ਰਸ ਵੀ ਪੇਸ਼ ਕੀਤਾ ਕਰੋ ਇੱਥੇ ਐਲੇ ਦੇ ਵਿੱਚ, ਵੀ ਤੁਹਾਡੀਆਂ ਗੱਲਾਂ ਸੁਣਦਿਆਂ ਸੁਣਦੇ ਸਿਰ ਥੱਕ ਜਾਂਦਾ ਹੈ ਸਿੱਧੀ, ਤੇ ਕੋਈ ਥੋੜਾ ਜਿਹਾ ਹਾਸ ਰਸ ਪੇਸ਼ ਕਰ ਦਿੱਤਾ ਕਰੋ ਤੇ ਸਾਡਾ ਥਕੇਵਾਂ ਲੈ ਜਾਏ। ਮੈਂ ਕਿਹਾ ਮੈਨੂੰ ਮਸਕਰਾਪਣ ਤੇ ਆਉਂਦਾ ਹੀ ਨਹੀਂ, ਮਸਕਰਾ ਮੈਂ ਹੈਗਾ ਹੀ ਨਹੀਂ, ਮੈਨੂੰ ਮਜ਼ਾਕ ਆਉਂਦੀ ਹੀ ਨਹੀਂ। ਤਾਂ ਹੁਣ ਮੈਨੂੰ ਪੜ੍ਹਨੀ ਪਏਗੀ, ਸਟੱਡੀ ਕਰਨੀ ਪਏਗੀ। ਮੈਂ ਕਿਹਾ ਹੁਣ ਮੇਰੀ ਇਤਨੀ ਜ਼ਿੰਦਗੀ ਵੀ ਨਹੀਂ ਰਹੀ, ਸਮਾਂ ਲੰਘ ਗਿਆ ਤੇ ਮਜ਼ਾਕ ਦੇ 'ਚ ਮੇਰਾ ਸ਼ੌਕ ਵੀ ਨਹੀਂ, ਮੇਰੀ ਰੁਚੀ ਵੀ ਨਹੀਂ। ਹੁਣ ਇਸ ਤਰ੍ਹਾਂ ਦੇ ਬੰਦੇ ਵੀ ਆਏ ਨੇ ਤਾਂ ਹੁਣ ਉਹਨਾਂ ਨੂੰ ਇੱਥੇ ਲਤੀਫੇ ਸੁਣਾਓ, ਹਾਸ ਰਸ ਸੁਣਾਓ। तो गर्स के कोट मधे को बिरला सेवक होर सगले व्यवहारी, करोड़ां च कोई एक कद सेवक। एक मैं ते हजारां दी कह रहा, क्योंकि अज दे जिहड़े धार्मिक ज्ञानी ने जो धर्म दे गहरे तल दे जा रहे ने, वो कहंदे ने हाँ अगर 1000 मनुखां दा इकट्ठ है तो एक बंदा ते असीं इस तरह दा मन सकदे हां जो कामना ਨੂੰ ਮੰਦਰ ਦੇ ਦਰਵਾਜ਼ੇ ਤੇ ਬਾਹਰ ਰੱਖ ਕੇ ਆਇਆ ਹੋਵੇ, ਕਾਮਨਾ ਨੂੰ ਨਾਲ ਲੈ ਕੇ ਨਹੀਂ ਆਇਆ, ਕਤਈ ਨਹੀਂ, ਭਾਵਨਾ ਨੂੰ ਨਾਲ ਲੈ ਕੇ ਆਇਆ ਹੈ, ਸ਼ਰਧਾ ਨੂੰ ਨਾਲ ਲੈ ਕੇ ਆਇਆ ਹੈ। ਕਬੀਰ ਵੀ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ। ਜਦ ਤੂੰ ਸਤਸੰਗ ਦੇ 'ਚ ਜਾਵੇਂ, ਗੁਰੂ ਕੋਲ ਜਾਵੇਂ, ਨਾਲ ਕਿਸੇ ਨੂੰ ਖੜੀ ਨਾ। तो क्या परिवार नाल नहीं आना चाहिए, बच्चे नाल नहीं आने चाहिए? कबीर ऐसा नहीं कह रहे, और वो नाल होके भी नहीं ने, विथ है। ये भी मैं अर्ज कर दें, हर मनुख इंज कह लो कल्ला ही है। हिरदे विच कोई कामना नाल लैके ना आवे, ये दरवाजे दे बाहर रख के आवे, जिथे जुतियां जोड़े रखे ने उथे ही रखे। कबीर साधु को मिलने जाइए साथ न लीजे कोई, कोई कामना नाल लेके ना जाए। काहू फल की इच्छा नहीं बाछे, केवल भगत कीर्तन संग राचे। महात्मा बुद्ध ने अपने चचेरे भरा नूं कहा सी, आनंद स्वामी ਉਹਦਾ ਚੇਲਾ ਬਣ ਗਿਆ ਸੀ, ਬਈ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕਤਈ ਕੋਈ ਬਾਰੀਕ ਬੀਨ ਮਨੁੱਖ ਨਹੀਂ ਆਉਂਦੇ, ਸਿਆਣੇ ਮਨੁੱਖ ਨਹੀਂ ਆਉਂਦੇ, ਔਰ ਸਿਆਣੇ ਮਨੁੱਖਾਂ ਦੀ ਕਤਈ ਭੀੜ ਨਹੀਂ ਆਉਂਦੀ। ਇਹ ਸੂਤਰ ਹੈ, ਧੰਮਪਦ ਦਾ ਇੱਕ ਸੂਤਰ ਹੈ। ਪ੍ਰਸ਼ਨ ਨੇ ਲੋਕਾਂ ਦੇ, ਭਿਕਸ਼ੂਆਂ ਦੇ ਤੇ ਮਹਾਤਮਾ ਬੁੱਧ ਦੇ ਉੱਤਰ ਨੇ। ਇਹ ਪ੍ਰਸ਼ਨ ਤੇ ਉੱਤਰ ਸਵਾਲੋ ਜਵਾਬ ਦਾ ਗ੍ਰੰਥ ਹੈ, ਇਹਨੂੰ ਧੰਮਪਦ ਕਹਿੰਦੇ ਨੇ। ਬਹੁਤ ਵੱਡੀ ਭੀੜ ਦੇ ਵਿੱਚ ਕੋਈ ਸਿਆਣੇ ਮਨੁੱਖ ਨਹੀਂ ਆਉਂਦੇ, ਸਿਆਣੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਇਸ ਨੂੰ ਹੁਣ ਇਸ ਤਰ੍ਹਾਂ ਲਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਨਾਲ, ਕੋਟ ਮਧੇ ਕੋ ਬਿਰਲਾ ਸੇਵਕ, ਕਰੋੜਾਂ ਚ ਕੋਈ ਇੱਕ। ਹਜ ਕਰਨ ਨੂੰ ਇਸ ਸਾਲ ਭਾਰਤ ਦੇ ਚੋਂ ਗਾਲਬਨ 3 ਲੱਖ ਮੁਸਲਮਾਨ ਗਏ, ਸਿਰਫ ਹਿੰਦੁਸਤਾਨ ਦੇ ਚੋਂ। ਸਾਰੀ ਦੁਨੀਆ ਚੋਂ ਕਿਤਨੇ ਗਏ ਹੋਣਗੇ ਹਜ ਕਰਨ ਨੂੰ। ਕੁੰਭ ਦਾ ਇਸ਼ਨਾਨ 2-2 ਕਰੋੜ 3-3 ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ। ਇਤਨੇ ਲੋਕ ਇਸ਼ਨਾਨ ਕਰਦੇ ਨੇ, ਉਹ ਜੋ ਕੁੰਭ ਦਾ ਮੇਲਾ ਲੱਗਦਾ ਕਈ ਦਿਨ। ਇੰਨੀ ਭੀੜ, इतना इकट्ठ, इन्नी दुनिया जा रही है, तो ये सारे धार्मिक मन लइए नहीं, होर सगले व्यवहारी, वपारी ने। ਵਪਾਰ ਦੇ 'ਚ ਕੀ ਹੁੰਦਾ ਹੈ? ਦੇਣਾ ਲੈਣਾ, ਲੈਣਾ ਦੇਣਾ। ਜਾ ਰਹੇ ਆ ਤੇ ਹੇ ਪ੍ਰਮਾਤਮਾ ਹੁਣ ਇਹ ਸਾਡੀ ਕਾਮਨਾ ਤੂੰ ਪੂਰੀ ਕਰੀ, ਇਸ ਵਾਸਤੇ ਆਇਆ।
ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ, ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ, ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨੀ ਹੈ, ਅਰਪਣ ਕਰਨਾ ਹੈ, ਸਮਰਪਣ ਕਰਨਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ। ਕੀਰਤਨ ਨਾਲ ਜੁੜੇ, ਸ਼ਬਦ ਨਾਲ ਜੁੜੇ, ਮੰਤਰ ਨਾਲ ਜੁੜੇ, ਕਾਹੂ ਫਲ ਕੀ, ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ। ਇਹ ਗੱਲ ਸਮਝ ਦੇ ਚ ਨਹੀਂ ਆਵੇਗੀ। ਪਤਾ ਨਹੀਂ ਕਿਤਨਿਆਂ ਨੇ ਮੈਨੂੰ ਕਿਹਾ, ਖਾਸ ਕਰਕੇ ਸਿਆਣੇ ਮਨੁੱਖਾਂ ਨੇ, ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ, ਕਹਿੰਦੇ ਨੇ ਕਾਮਨਾ ਤੋਂ ਬਿਨਾਂ ਤੇ ਮਨੁੱਖ ਕਰਮ ਕਰ ਹੀ ਨਹੀਂ ਸਕਦਾ। ਕਾਮਨਾ ਹੀ ਤੇ ਪ੍ਰੇਰਦੀ ਹੈ, ਵਰਨਾ ਮਨੁੱਖ ਕੁਝ ਕਰ ਹੀ ਨਹੀਂ ਸਕਦਾ। ਮੈਂ ਕਿਹਾ ਕਰ ਸਕਦਾ ਹੈ, ਅਗਰ ਕਰਮ ਹੀ ਰਸ ਬਣ ਜਾਏ, ਕਰਮ ਹੀ ਸਵਾਦ ਬਣ ਜਾਏ, ਵਾਹਿਗੁਰੂ ਆਖਣਾ ਹੀ ਰਸ ਬਣ ਜਾਏ, ਤੇ ਹੋਰ ਕੀ ਕਾਮਨਾ ਕਰਨੀ ਹੈ। ਕੀਰਤਨ ਸੁਣਨਾ ਹੀ ਆਨੰਦ ਬਣ ਜਾਏ, तो होर की कामना करनी है। और ऐसा महा आनंद कि सारे रस फिके पै जान। एक ऐसी अवस्था है जिथे काहू फल की इच्छा नहीं बाछे, आसा विच अत दुख घना, मन मुख चित लाया, गुरमुख भय निराश, सुख फल पाया। दुखी कौन है? जो हर वक्त कामनावां दे च रहिंदा है। क्यों? कामनावां सारियां पूरियां ही नहीं आउंदियां। एक कामना दा नियम ही नहीं है कि पूरी होवे। तुसी आखोगे होंदियां ने कईयां दियां पूरियां। जद एक कामना पूरी आउंदी है ना, तो पूरी होंदे आउंदियां घट तो घट 10 ਨੂੰ जन्म दे जाती है। 10 कामनावां। तो की खाक पूरी हुई है? ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ, ਪੂਰੀ ਹੋਂਦਿਆਂ ਹੋਂਦਿਆਂ 100 ਨੂੰ ਜਨਮ ਦੇ ਜਾਂਦੀਆਂ, ਤੇ ਉਹ 100 ਪੂਰੀਆਂ ਹੋਵਨ, ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ। ਜ਼ਿੰਦਗੀ ਮੁੱਕਣ ਦੇ ਕਰੀਬ ਆ ਜਾਂਦੀ ਹੈ, ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ। ਪਤਾ ਸਿਆਣੇ ਕੀ ਕਹਿੰਦੇ ਨੇ? ਇਹ ਕਬਰ, ਇਹਦੇ ਉੱਤੇ ਪੱਥਰ ਨਹੀਂ ਨੇ, ਮਿੱਟੀ ਨਹੀਂ ਨੇ। ਮੇਰੇ ਸਵਾਸਾਂ ਚ ਮੇਰੀਆਂ ਨਿਕਲੀਆਂ ਸਨ ਇੱਛਾਵਾਂ, ਕਾਮਨਾਵਾਂ, ਉਹਨਾਂ ਨੇ ਦਬਾ ਕੇ ਰੱਖ ਦਿੱਤਾ, ਨਹੀਂ ਪੂਰੀਆਂ ਹੋਈਆਂ, ਉਹਨਾਂ ਚ ਹੀ ਦਬ ਕੇ ਰਹਿ ਗਿਆ ਮੈਂ। ਕਿਸ ਦੀਆਂ ਪੂਰੀਆਂ ਹੋਈਆਂ ਨੇ? ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ? ਕਤਈ ਨਹੀਂ। ਇਹ ਨਿਯਮ ਹੀ ਨਹੀਂ ਹੈ। ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ। ਪੂਰੀ ਆਉਂਦੀ ਹੈ, 10 ਨੂੰ ਜਨਮ ਦੇ ਜਾਂਦੀ ਹੈ। ਤੋਂ ਪਹਿਲੇ 1 ਦਾ ਸ਼ੌਕ ਸੀ, ਹੁਣ 10 ਦਾ ਸ਼ੌਕ, ਹੁਣ 10 ਦਾ ਗਮ। ਉਮਰ ਦੇ ਵੱਧਦਿਆਂ ਵੱਧਦਿਆਂ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜ਼ਨੀ ਹੋ ਜਾਂਦੀ ਹੈ ਔਰ ਚੁੱਕਣਾ ਔਖਾ ਹੋ ਜਾਂਦਾ ਹੈ। ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ। ਬਹੁਤ ਅੱਛੀ ਜ਼ਿੰਦਗੀ ਹੈ, ਅਨੁਭਵ ਜ਼ਿਆਦਾ ਹੋਵੇਗਾ, ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਹੈ, ਉਤਾਰ ਚੜਾਅ ਇਸਨੇ ਬੜੇ ਦੇਖੇ ਨੇ। तो ਇਹਦੇ ਕੋਲ ਤੇ ਬੜਾ ਰਸ ਹੋਣਾ ਚਾਹੀਦਾ ਹੈ, ਪਰ ਨਹੀਂ, ਗਮਗੀਨ ਹੈ, ਬੇਚੈਨ ਹੈ, ਦੁਖੀ ਨੇ, ਬਿਰਧ। ਔਰ ਮੈਂ ਤੇ ਇਧਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ 'ਚ, ਖਾਸ ਕਰਕੇ ਇਧਰ ਕੈਲੀਫੋਰਨੀਆ ਦੇਖ ਕੇ ਦੰਗ ਹੋਇਆ। ਦੁਪਹਿਰ ਤੋਂ ਬਾਅਦ ਬਿਰਧ ਲੋਕ ਗੁਰਦੁਆਰੇ ਆ ਜਾਂਦੇ ਨੇ, ਬਾਹਰ ਮਹਿਫਿਲ ਸਜਦੀ ਹੈ ਉਹਨਾਂ ਦੀ, ਹਰ ਗੁਰਦੁਆਰੇ 'ਚ 15, 20, 30, 40 ਗੱਪਾਂ ਮਾਰਨਗੇ, ਇਧਰ ਉਧਰ ਦੀ ਗੱਲ ਕਰਨਗੇ। ਚਿਹਰੇ ਸਾਰਿਆਂ ਦੇ ਉਦਾਸ, ਗਮਗੀਨ। ਜਿਉਂ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ, ਕੀਰਤਨ ਆਰੰਭ ਹੋਣਾ ਹੈ, ਬਸ ਰਹਿਰਾਸ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਥੀ ਸਾਹਿਬ ਨੇ ਉਚਾਰਨ ਕੀਤੀ, ਨਸੇ ਭੱਜੇ, ਨਹੀਂ ਸੁਣਨੀ। ਇਹ ਮੈਂ ਦੇਖਿਆ। ਗਮਗੀਨ, ਬੇਚੈਨ, ਦੁਖੀ। ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ। ਕੌਣ ਕੀਰਤਨ ਸੁਣੇ? ਕੌਣ ਕਥਾ ਸੁਣੇ? ਕੌਣ ਬਾਣੀ ਨਾਲ ਜੁੜੇ? ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦਿੰਦੀ। ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੋਣ ਦਿੰਦੀ। ਇਹ ਮੈਂ ਅਰਜ਼ ਕਰਦੇ ਹਾਂ। ਔਰ ਸਾਹਿਬ ਕਹਿੰਦੇ ਨੇ ਕੋਈ ਕਰੋੜਾਂ 'ਚ ਇੱਕ।
ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ। ਤੇ ਤਾਰਕਿਕ ਪਤਾ ਕੀ ਕਹਿੰਦੇ ਨੇ, 2-4 ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ, ਗਿਆਨੀ ਜੀ ਹੋਣਗੀਆਂ ਉਸ ਜ਼ਮਾਨੇ ਦੀਆਂ ਗੱਲਾਂ, ਕਾਮਨਾ ਤੋਂ ਬਿਨਾਂ ਕਰਮ ਹੋ ਹੀ ਨਹੀਂ ਸਕਦਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਹੁੰਦਾ ਹੈ ਅਗਰ ਕਰਮ ਰਸ ਬਣ ਜਾਏ, ਕਰਮ ਸਵਾਦ ਬਣ ਜਾਏ, तो फिर कर्म ही संगीत बन जाता है, कर्म ही गीत बन जाता है, और कर्म ही इतना महान हो जाता है कि महात्मा बुद्ध की जबान तो यह निकल गया, कर्म ही भगवान है, भगवान ही भगवान है, ऐसा नहीं, कर्म ही भगवान है। और धन गुरु नानक देव जी महाराज कहते हैं, परमात्मा के दरबार दे की विचारिया जाएगा, किस दी विचार होएगी? कर्मी कर्मी होए विचार, सच्चा आप सच्चा दरबार। उत्थे ते केवल कर्मां दी विचार, दूसरी किसी चीज दी नहीं। तो खैर मुख्तसर मैं अर्ज करा, धन गुरु नानक देव जी महाराज दे कंठ तो जेड़ा पहला वाक निकलिया, उसनूं कहंदे ने मूल मंत्र, मूल बीज, बुनियाद, बुनियादी मंत्र। वो जिहड़ा बुनियादी मंत्र निकलिया है, उसका आखिरी शब्द है प्रसाद, उसका पहला शब्द है एक। ये गुरु घर दे मूल मंत्र। गुरु अर्जन देव जी इसकी इस तरह उपमा करते हैं, औखद मंत्र मूल मन एक है, जेकर दृढ़ चित कीजे रे, जन्म जन्म के पाप कर्म का काटन हारा लीजे रे। मूल मंत्र एक ऐसी औषधि है कि जन्मा जन्मांतरां दे जो पाप ने, गुनाह ने, धब्बे ने, दुख ने, संताप ने मिट जाते हैं। इस मंत्र दे च इतनी शक्ति, इस मंत्र दे च इतना बल, इस मंत्र दी इतनी महिमा। कहते हैं मंत्र जपदिया जद रस आन लग पे, मंत्र सिद्ध हो गया। संकल्प कीता है और अपनी सारी इकट्ठी शक्ति नूं उस संकल्प दे राही बाहर मनुख पूर्ति कर सके, उन्हों कहते हैं तंत्र सिद्धि। तंत्र सिद्ध हो गए। जिहड़े 84 सिद्ध होए ने, वास्तविक ये तांत्रिक सन उस जमाने दे। बड़ियां करामातां दिखाते सन, बड़ियां गल्लां, और ये अज भी ने। हिरदा शुद्ध होवे भावें ना होवे, अक्सर नहीं आउंदा, लेकिन तांत्रिक सिद्धि की प्राप्ति हो जाती है। उस दे नाल हिरदे की शुद्धि की शर्त नहीं है, पर गुरु मंत्र ते उदों ही सिद्ध होंदा है जिस दिन हिरदा पूरा पाक होंदा है, पवित्र होंदा है, उस तो पहले नहीं। इस वास्ते देखा गया कि तांत्रिक योगा ते बड़े बड़े मलीन लोगों को भी है। जैसे हुणे मैं अर्ज की है कि इस वक्त भारत दे सब तो वड्डा तांत्रिक योगी जेल दे च है। नूर शाह अपनी तांत्रिक सिद्धि नूं इस तरह वरतदी है, मर्दाने नूं काबू कर दी है, और ऐसा भाव बना दिता, मर्दाने ने पेट समझ लिया अपने आप को, उन्होंने बन के रख दिता है। ये तांत्रिक योगी जद उज्जैन दे कड्डे गए, कुछ मारे गए, तो ये सारे बंगाल दे चले गए। अज भी बंगाल दे च ने, अगर थोड़े बहुत ने थे, अज भी उसे पासे ने। कुछ एक तमिल ते केरला दे च भी मनते ने थोड़े जे, लेकिन बाकी भारत दे च इन्हां दी गल नहीं। पर इस वक्त जिहड़ा सिरमौर है, ये राजस्थानी है। अलवर का एक कस्बा है बैरोड़, चंद्रा स्वामी उत्थों दा है, और धन करके अरबांपति, शक्ति करके सारे मिनिस्टर उसकी मुट्ठी च। जो काम उन्हां तो कराना चाहता सी, उन्हां नूं करना पैंदा सी। और आम लोग हैरान सन, इन्ने सियाणे बंदे इसकी मुट्ठी च किस तरह ने, ये काबू च किस तरह ने। खैर ये तो मैं थोड़ा जिहा भी इस विद्या ते विश्वास रखने वाला मनुख
ਕਾਬੂ 'ਚ ਆ ਜਾਏਗਾ, ਗ੍ਰਿਫਤ ਦੇ 'ਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ ਔਰ ਕਹਿ ਦਿੱਤਾ, ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ। ਇਹ ਪਰਿਪੂਰਨ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ, ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ, ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ। ਕਿਸੇ ਹੋਰ ਦੀ ਲੋੜ ਹੀ ਨਹੀਂ, ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ। ਇਹ ਮੰਤਰ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲਿਆ ਸਭ ਤੋਂ ਪ੍ਰਥਮ, ਮੈਂ ਕੱਲ ਅਰਜ਼ ਕੀਤੀ ਸੀ, ਇਹ ਆਪ ਦੀ ਪਕੜ ਦੇ ਚ ਆਇਆ ਹੈ। ਪ੍ਰਮਾਤਮਾ ਦੇ ਬੋਲ, ਬ੍ਰਹਿਮੰਡ ਦੇ ਬੋਲ, ਬ੍ਰਹਿਮੰਡ ਦੀ ਧੁਨੀ। ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ। ਠਾਕਰ ਹਮਰਾ ਸਦ ਬੋਲੰਤਾ, ਪਰਮਾਤਮਾ ਸਦਾ ਬੋਲ ਰਿਹਾ, ਸਦਾ ਵੇਖ ਰਿਹਾ, ਸਦਾ ਸੁਣ ਰਿਹਾ। ਤੋ ਸਦਾ ਬੋਲ ਰਿਹਾ ਤੋ ਕੀ ਬੋਲ ਰਿਹਾ? ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਹਾਂ ਗੁਰੂ, ਪੈਗੰਬਰ, ਅਵਤਾਰ। ਆ ਗਏ ਪਕੜ ਦੇ ਚ ਉਹਨਾਂ ਦੀ। ਔਰ ਅਵਤਾਰ, ਪੈਗੰਬਰ, ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਾਣ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ, ਗੁਰਮੁਖ, ਬ੍ਰਹਮ ਗਿਆਨੀ, ਭਗਤ, ਸੰਤ। ਹਰ ਇੱਕ ਦੀ ਪਕੜ ਦੇ ਚ ਪਰਮਾਤਮਾ ਦੇ ਸ਼ਬਦ ਨਹੀਂ ਆਉਂਦੇ, ਤੋ ਅਵਤਾਰ ਬਹੁਤ ਥੋੜੇ ਨੇ। ਹਰ ਇੱਕ ਦੀ ਪਕੜ ਦੇ ਚ ਅਵਤਾਰਾਂ ਦੇ ਬੋਲ ਵੀ ਨਹੀਂ ਆਉਂਦੇ, ਤੋ ਭਗਤ ਬਹੁਤ ਥੋੜੇ ਨੇ, ਤੋ ਬਹੁਤ ਜ਼ਿਆਦਾ ਨਹੀਂ ਨੇ। ਗੁਰਮੁਖ ਬਹੁਤ ਥੋੜੇ ਨੇ, ਬ੍ਰਹਮ ਗਿਆਨੀ ਬਹੁਤ ਥੋੜੇ ਨੇ। ਬ੍ਰਹਮ ਗਿਆਨੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ, ਪਕੜ ਦੇ ਚ ਆ ਗਏ ਔਰ ਉਹਨਾਂ ਬੋਲਾਂ ਚ ਉਹ ਲੀਨ ਹੋ ਗਏ। ਅਵਤਾਰ ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ, ਪੈਗਾਮ ਲੈ ਕੇ ਆਇਆ, ਪੈਗੰਬਰ, ਔਰ ਪੈਗਾਮ ਉਸ ਦੀ ਪਕੜ ਦੇ ਚ ਆਇਆ। ਈਸ਼ਵਰ ਨੇ ਉਸ ਨੂੰ ਚੁਣ ਲਿਆ, ਖੁਦਾ ਨੇ ਉਸ ਨੂੰ ਚੁਣ ਲਿਆ। ਲੈ ਪੈਗਾਮ ਪਹੁੰਚਾ ਜਗਤ ਦੇ, ਸੁਣਾ ਜਗਤ ਨੂੰ। ਤੋ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਸਭ ਤੋਂ ਪਹਿਲੇ ਗੁਰੂ ਨਾਨਕ ਦੀ ਪਕੜ ਦੇ ਚ ਆਏ, ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ। ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅਕਸ਼ਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮਨ ਦੁਫਾੜ ਹੈ तो मन व्याकुल है, मन दुफाड़ है तो मन चिंतातुर है, मन दुफाड़ है तो किसी कारज की सिद्धि भी नहीं होने लगी। दुफाड़ का मतलब दो पासे मन खिंचेगा, दुबदा इसनों कहते हैं। तो मन एक होवे तो ताई एक हो सकता है कोई एक नाल जुड़े। तो जगत दे निगाह मारीए तो कुछ भी एक नहीं है। जे तुसी कहो ये सुंदर है तो कोई करूप भी खड़ा है, तुसी कहो ये गुणवान है तो कोई औगणहारा भी खड़ा है, तुसी कहो ये बहुत वड्डा है तो कोई छोटा भी खड़ा है। जगत देखते दो ने, एक है ही नहीं। तुसी कहो ये बहुत सियाणा है तो कोई मूड भी खड़ा है, तुसी कहो ये बहुत शांतमई है तो कोई क्रोधी भी खड़ा है, तुसी ये आखो बड़ा फराग दिल है तो फिर कोई तंग दिल भी खड़ा है, तुसी आखो बहुत मिठ बोलना है तो कुड़तन बोलने वाला भी खड़ा है। जगत ते दो ते खड़ा है, एक है ही नहीं। तुसी संसार दे एक नहीं लभ सकते। तुसी इतना आखो ये पुरुष है तो फिर कोई स्त्री भी खड़ी है, तुसी इतना आखो ये बच्चा है तो फिर कोई जवान भी खड़ा है। एक दे मुकाबले ते दूजा खड़ा है। जगत दे एक नहीं है, किधरे भी एक नहीं है। तुसी किसी एक चीज का नाम लो, दूजा खड़ा है। तुसी आखो ये बहुत मिठा है तो फिर बहुत कौड़ा भी है कुछ। सिर्फ कौड़ा नहीं मिठा भी है, सिर्फ मिठा नहीं कौड़ा भी है। तुसी आखो बड़ा सुख है, बड़ा सुख है और बड़े रस दे च है तो किधरे बेरसी भी है, किधरे दुख भी है। ये हंस रहे है, बहुत हंस रहे है तो यकीन जानो फिर कोई रो भी रहा है, किधरे किधरे हंजू भी टपक रहे हैं। संसार एक रंगी नहीं है और कोई संसार दे एक रंग लभण की कोशिश करे
ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ, ਨਾਦਾਨ ਹੈ, ਇਹਨੂੰ ਸਮਝ ਨਹੀਂ। ਸੰਸਾਰ ਦੇ 'ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ, ਸਿਰਫ ਆਖੇ ਹਾਸਾ ਚਾਹੀਦਾ ਹੈ, ਰੋਣਾ ਨਹੀਂ, ਐਸਾ ਹੈ ਹੀ ਨਹੀਂ। ਤੁਸੀਂ ਆਖੋ ਜਨਮ ਹੋਇਆ ਹੈ ਕਿਸੇ ਦਾ, ਤੋ ਯਕੀਨ ਜਾਣੋ ਉਸੇ ਦਿਨ ਕਿਧਰੇ ਮਰਨ ਵੀ ਹੋਇਆ, ਉਸੇ ਦਿਨ ਹੋਇਆ, ਕਿਸੇ ਦੀ ਅਰਥੀ ਵੀ ਨਿਕਲੀ ਹੈ। ਔਰ ਕਬੀਰ ਤੇ ਇੰਜ ਕਹਿੰਦੇ ਨੇ, ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ, ਨਾਲ ਨਾਲ ਚੱਲਦੇ ਨੇ, ਜਿਵੇਂ ਇੱਕ ਦੂਜੇ ਦੀ ਬਾਂਹ ਪਕੜ ਕੇ ਕੋਈ ਚਲੇ। ਇਹ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ। ਉਹ ਕਿਸ ਤਰ੍ਹਾਂ? ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ, ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਵੱਡਾ ਹੋਣਾ ਛੋਟਾ ਹੋਣਾ ਕਬੀਰ ਕਹਿੰਦੇ ਇਕੱਠੇ ਚੱਲ ਰਹੇ ਨੇ। ਇੱਕ ਮਨੁੱਖ ਜਮਿਆ ਹੈ ਤੇ ਚਲੋ 70 ਜਾਂ 80 ਸਾਲ ਦੀ ਔਸਤ ਉਮਰ ਲੈ ਕੇ ਆਇਆ ਹੋਵੇ, ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਹਾਂ ਇੱਕ ਦਿਨ ਇਹ ਵੱਡਾ ਹੋ ਗਿਆ, ਪਰ ਕਬੀਰ ਕਹਿੰਦੇ ਨੇ 80 ਸਾਲਾਂ ਦੇ 'ਚ ਇੱਕ ਦਿਨ ਛੋਟਾ ਵੀ ਹੋ ਗਿਆ, ਘਟ ਵੀ ਗਿਆ, ਇੱਕ ਦਿਨ ਤੇ ਘਟ ਗਿਆ। ਠੀਕ ਹੈ, ਵੱਡਾ ਹੋਇਆ ਹੈ, ਛੋਟਾ ਵੀ ਹੋਇਆ ਹੈ। ਇਹ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦੇ ਨੇ। ਇਹ ਜੀਵਨ ਤੇ ਮਰਨ ਇਕੱਠਾ ਹੀ ਚੱਲਦਾ ਹੈ। ਹਰ ਵਕਤ ਅਸੀਂ ਜੀ ਰਹੇ ਹਾਂ, ਗੁਸਤਾਖੀ ਮਾਫ, ਹਰ ਵਕਤ ਅਸੀਂ ਮਰ ਰਹੇ ਹਾਂ। ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਹਾਂ। ਬਹੁਤ ਕੁਝ ਸਰੀਰ ਦੇ 'ਚ ਮਰ ਗਿਆ, ਬਹੁਤ ਕੁਝ ਸਰੀਰ ਦੇ 'ਚ ਨਵਾਂ ਪੈਦਾ ਹੋਇਆ। ਇਹ ਇਕੱਠਾ ਚੱਲਦਾ ਹੈ। ਔਰ ਜੋ ਕੁਝ ਅਸੀਂ ਅੱਜ ਹਾਂ ਕੱਲ ਨਹੀਂ ਹਾਂ। ਕੋਈ ਬੱਚਾ ਇੱਕ ਦਿਨ ਦੇ 'ਚ ਜਵਾਨ ਨਹੀਂ ਆਉਂਦਾ, ਰੋਜ਼ ਹੋ ਰਿਹਾ ਹੈ। ਕੋਈ ਜਵਾਨ ਇੱਕ ਦਿਨ ਦੇ 'ਚ ਬੁੱਢਾ ਨਹੀਂ ਆਉਂਦਾ, ਰੋਜ਼ ਬੁੱਢਾ ਹੋ ਰਿਹਾ। ਤੇ ਇੰਜ ਕਹਿ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਨੇ। ਔਰ ਕੀ ਇੰਜ ਕਹਿ ਲਈਏ? ਤੇ ਇੰਜ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ 'ਚ ਨਹੀਂ ਪੂਰੀ ਕਰਦਾ, ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ। ਇਹ ਜੀਵਣਾ, ਇਹ ਮਰਨਾ, ਇਹ ਜਵਾਨੀ, ਇਹ ਬੁਢੇਪਾ, ਇਹ ਬਚਪਨ, ਜਵਾਨੀ ਇਕੱਠੇ ਚੱਲਦੇ ਨੇ। ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ। ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ। ਮੇਰੇ ਇੱਕ ਮਿੱਤਰ ਸਨ ਇੱਥੇ, ਗਗਨ, ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ, ਹੈਗੇ ਤੇ ਸਿੰਘ, ਪਰ ਉਹਨਾਂ ਨੇ ਲਹਿੰਦੀ, ਪੰਜਾਬੀ ਲਹਿੰਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਔਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀਆਂ ਵਿਚਾਰੇ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ 'ਚ ਲਿਖੀ, ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ, ਫਿਲੀਪੀਨ। ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ। ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇ ਸਨ ਫਰਾਂਸਿਸਕੋ 에ਅਰਪੋਰਟ ਤੇ, ਗੁਰਦੁਆਰੇ ਪਹੁੰਚਿਆ ਸਨੋਸੇ, ਤਾਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ। ਆਵਾਜ਼ ਮੈਂ ਪਹਿਚਾਣ ਲਈ, ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ 'ਚ ਗਈ, ਰੋਣਾ ਮੇਰੇ ਕੰਨਾਂ 'ਚ ਪਿਆ। ਤੇ ਮੈਂ ਕਿ ਕੁਝ ਕਹੋਗੇ ਨਹੀਂ? ਕਹਿਣ ਲੱਗੇ, ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ, ਭਾਵੇਂ ਉਹ ਚਿੱਠੀ ਮੈਨੂੰ ਮਿਲੇ ਅੱਜ 20 ਦਿਨ ਹੋ ਗਏ, ਪਰ ਮੈਂ ਤੇ 20 ਦਿਨਾਂ ਤੋਂ ਰੋ ਰਿਹਾ। ਸ਼ਾਇਦ ਇਹ ਰੋਣਾ ਮੇਰਾ ਥਮੇ, ਤੁਸੀਂ ਮੈਨੂੰ ਆ ਕੇ ਮਿਲੋ, ਔਰ ਇਹ ਜਿਹੜੀ ਚਿੱਠੀ ਹੈ ਜਿਸ ਦੇ ਤੁਸੀਂ ਲਿਖਿਆ ਹੈ, ਇਹ ਮੈਨੂੰ ਤੁਸੀਂ ਸੁਣਾਓ। ਮੈਂ ਖੁਦ ਪਹੁੰਚੇ, ਗਿਆਨੀ ਬਲਵਿੰਦਰ ਸਿੰਘ ਵੀ ਨਾਲ, ਅਸੀਂ ਇਕੱਠੇ ਗਏ। ਮੈਂ ਕਿਹਾ, ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ, ਚੱਲਣ ਤੋਂ ਅਸਮਰਥ, ਔਰ ਗਾਲਬਨ ਜੋ ਘੱਟ ਤੋਂ ਘੱਟ 50 ਕਿਤਾਬਾਂ ਦਾ ਲਿਖਾਰੀ ਹੈ, ਬੜਾ ਜ਼ਰਖੈਜ਼ ਦਿਮਾਗ, ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉਂ ਉਸਦੇ ਘਰ ਪਹੁੰਚਿਆ
पहले किताबां दे पुलंदे मेरे अगों रखे बई जिहड़े छपे नहीं अजे। और घर का माहौल ऐसा कि कोई इसकी लेखनी नूं नहीं समझदा, कोई इसकी सोचनी नूं नहीं समझदा, कोई श्रोता भी नहीं कोई सुने। बड़ी उमंगां ते तरंगां। मैं उसनूं नज़म सुनाई, भावें सुनी तो उसने सज्जल नेत्रां नाल, लेकिन कहण लगा मैं हुण सनोजे तक थानू छड्डण जाना है। मैं कहा नहीं, थोड़ी तबीयत ठीक नहीं, इस हालत दे च नहीं। कहंदा नहीं, कार दे च बैठ नहीं सकते, चढ़ाया 2 आदमियां ने, नाल जाना है। सुभाविक इतनी गल है तो मैं थानू लेखनी भी सुना दियां, ध्यान नाल सरवण करना। मैं बचपन तो उर्दू का शायर रहा, फिर सन 47 दे गुरु नानक ने मैनू अपनी बाणी का प्रचारक बना दिता। बचपन तो ये शायरी अंदरों फुटती सी, लिखी मैं बहुत सारी है। इस गीत ने, मेरी इस नज़म ने एक चोटी दे शायर नूं, एक चोटी दे साहित्यकार नूं, इतिहासकार नूं जद इतना मुतासर किया तो इस नज़म मैनू भी कंठ हो गई, वरना मैनू अपनियां सारियां रचनावां याद कोई नहीं। मैनू भी अपनी लेखनी सामने करनी पैंदी है, ये मैनू कंठ हो गई, थानू सरवण करावां। हर एक रंज में राहत है आदमी के लिए, हर एक रंज में राहत है आदमी के लिए, पयाम में मौत भी मौजज़ा है जिंदगी के लिए। जरूर पुराने बुजुर्ग ते उर्दू समझते होंगे, नवियां दी तो मैं हुण मजबूरी। पयाम में मौत भी मौजज़ा है जिंदगी के लिए, चमन के फूल तो हर एक को नहीं मिलते, चमन के फूल तो हर एक को नहीं मिलते, बहार आती है लेकिन किसी किसी के लिए, उन्हीं का शीशा दिल चूर चूर हो के रहा, तरस रहे थे जो दुनिया में दोस्ती के लिए। ऐसी दोस्ती किसनों मिली है जिस दे नाल दुश्मनी ना होए, इकट्ठी चल रही है। कल्ला दोस्त नहीं हो सकता, यह भी मैं अर्ज करते हैं। और सब तो वड्डे दुश्मन कौन बनते ने? जो सब तो वड्डे दोस्त होंदे ने। कभी बगौर मुताला करके देखना, ऐसा अनुभव होया होवे वो गल वखरी, नहीं होया होवे तो हो जाएगा। ऐसा केड़ा मनुख है जो जिंदगी दे ना रस्ता चो ना लंघे। उन्हीं का शीशा है दिल चूर चूर हो के रहा, तरस रहे थे जो दुनिया में दोस्ती के लिए, हमारे बाद अंधेरा रहेगा महफिल में, बहुत चिराग जलाओगे रोशनी के लिए। ये परचा मेरा लिखे होया, मैनू कहन लगा मैं कई दिन सीने नाल लाई रखे है। उगा साहित्यकार है और कहंदा जिन्हों मैं बहुत अपना समझिया सी, बहुत अपना समझिया सी, बहुत पराए निकले, बहुत पराए निकले, बहुत पराए निकले। मैं कहा अपने ते पराए ये दोवें कट्ठे ही नाल चलते रहे, पर असी ये समझते रहे अपने अपने अपने। काश शुरू तो इस तरह चलते, ये अपने पराए भी ने, ये पराए अपने भी ने, इस तरह चलते। और पता नहीं मैं जो ये अर्ज कर रहे हैं शायद मैनू कहने का ढंग आ रहा है कि नहीं। संसार दो रंगी है, सिर्फ अपने नहीं पराए भी नहीं, दोवें इकट्ठे चलते हैं। और जो अपना है वही पराया है, और जो पराया है वही अपना है।
ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਨੂੰ ਇਸ ਤਰੀਕੇ ਨਾਲ ਲੈਣਾ ਹੈ। ਜਵਾਨੀ ਕਿੱਥੋਂ ਪ੍ਰਗਟ ਹੋਏਗੀ? ਇਸੇ ਬਚਪਨੇ ਚੋਂ। ਬੁਢੇਪਾ ਕਿੱਥੋਂ ਪ੍ਰਗਟ ਹੋਏਗਾ? ਇਸੇ ਹੀ ਜਵਾਨੀ ਤੋਂ। ਮੌਤ ਕਿੱਥੋਂ ਪ੍ਰਗਟ ਹੋਏਗੀ? ਇਸੇ ਬੁਢੇਪੇ ਚੋਂ। ਹੋਰ ਕਿੱਥੋਂ ਹੋਏਗੀ? ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ? ਇਸੇ ਹੀ ਅਪਣੰਤ ਤੋਂ, ਇਸੇ ਹੀ ਮਿੱਤਰਤਾ ਤੋਂ, ਇਸੇ ਹੀ ਦੋਸਤੀ ਤੋਂ। ਇਹ ਤੇ ਸੰਸਾਰ ਦੋ ਰੰਗੀ ਹੈ, ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ, ਤੇ ਜਿਸ ਦਿਨ ਮਨ ਇੱਕ ਆਉਂਦਾ ਹੈ, ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ, ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ। ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ, ਸਭ ਇੱਕ ਦਿਖਾਈ ਦਿੰਦਾ ਹੈ। ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਨਿਕਲਿਆ, ਇੱਕ। ਔਰ ਮੈਂ ਸਮਝਦਾ ਇਹ ਉੱਥੋਂ ਹੀ ਨਿਕਲ ਸਕਦਾ ਹੈ ਜੋ ਇੱਕ ਦਾ ਰੂਪ ਹੋ ਗਿਆ, ਇੱਕ ਦੀ ਤਸਵੀਰ ਹੋ ਗਿਆ, ਜਿਸ ਦੇ ਕੋਲ ਇੱਕ ਦੀ ਸੋਚ ਨਹੀਂ ਹੈ, ਇੱਕ ਦਾ ਹੀ ਗਿਆਨ ਹੈ, ਇੱਕ ਦੀ ਹੀ ਗੱਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਦੁਬਦਾ ਨਾ ਪੜੋ ਹਰ ਬਿਨ ਅਵਰ ਨਾ ਪੂਜੋ, ਮੜੀ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਦੁਬਦਾ ਮੈਂ ਪੜਦਾ ਹੀ ਨਹੀਂ, ਮਨ ਦੁਫਾੜ ਹੋਵੇ, ਮੈਂ ਐਸਾ ਕੁਝ ਪੜਨਾ ਹੀ ਨਹੀਂ ਚਾਹੁੰਦਾ ਗੁਰੂ ਨਾਨਕ, ਮੈਂ ਐਸਾ ਕੁਝ ਸੁਣਨਾ ਹੀ ਨਹੀਂ ਚਾਹੁੰਦਾ, ਮੈਂ ਐਸਾ ਕੁਝ ਦੇਖਣਾ ਵੀ ਨਹੀਂ ਚਾਹੁੰਦਾ। ਦੋ ਦਿਖਾਈ ਦੇਣ, ਦੋ ਸੁਣਾਈ ਦੇਣ। मैं दुबदा नहीं पढ़नी, दुबदा ना पढ़ो, ऐलानिया कह रहे हैं, नहीं पढ़ना मैं। गुरु नानक दे कंठ तो जेड़ा पहला ब्रह्म वाक निकलिया, एक। हुण वो एक की है, वो एक कौन है, उसदा स्वरूप की है, उसदा सुभाव की है, उसदा कर्म की है, उसदा धर्म की है, ये सारी व्याख्या जिन्ना बोलां च करदे ने, ਉਹਨੂੰ ਗੁਰਮਤ ਦੇ ਵਿੱਚ ਕਹਿੰਦੇ ਨੇ ਮੂਲ ਮੰਤਰ। ਉਸ ਇੱਕ ਦਾ ਵਾਸਤਵਿਕ ਕਰਮ ਕੀ ਹੈ, ਸੁਭਾਅ ਕੀ ਹੈ, ਰੂਪ ਕੀ ਹੈ, ਰੰਗ ਕੀ ਹੈ, ਸਾਰੀ ਵਿਆਖਿਆ ਕਰਦੇ ਨੇ। ਜਗਤ ਸਾਰਾ ਕਰਮ ਦੇ ਬੰਧਨ ਦੇ ਵਿੱਚ ਉਹ ਨਹੀਂ ਹੈ, ਜਗਤ ਸਾਰਾ ਧਰਮ ਦੇ ਬੰਧਨ ਦੇ ਵਿੱਚ ਉਹ ਨਹੀਂ। ਧਰਮ ਤੋਂ ਮੁਰਾਦ ਮਰਿਆਦਾ। ਕਲਗੀਧਰ ਪਿਤਾ ਕਹਿੰਦੇ ਨੇ ਅਕਰਮ ਹੈ, ਅਧਰਮ ਹੈ। ਜਾਪ ਸਾਹਿਬ ਪੜ੍ਹਦੇ ਹੋਵੋਗੇ, ਇਹ ਪ੍ਰਭੂ ਤੇਰੇ ਵਿੱਚ ਕੋਈ ਕਰਮ ਨਹੀਂ, ਤੂੰ ਕਿਸੇ ਵੀ ਕਰਮ ਦੀ ਲਪੇਟ ਦੇ ਵਿੱਚ ਨਹੀਂ, ਔਰ ਤੂੰ ਕਿਸੇ ਵੀ ਮਰਿਆਦਾ ਦੇ ਵਿੱਚ ਬਜਿਆ ਹੋਇਆ ਨਹੀਂ। ਅਗਰ ਤੂੰ ਮਰਿਆਦਾ ਦੇ ਵਿੱਚ ਬਜਿਆ ਹੋਵੇ ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਜਾਗੰਦੇ ਨਾ ਲਹਿਣ, ਇੱਕ ਨਾ ਸੁਤਿਆਂ ਦੇ ਉਠਾ। ਮਰਿਆਦਾ ਤੇ ਇਹ ਹੀ ਹੈ, ਜੋ ਅੰਮ੍ਰਿਤ ਵੇਲੇ ਉੱਠੇਗਾ ਉਹਦੀ ਝੋਲੀ 'ਚ ਪਏਗੀ ਇਹ ਦਾਤ। ਪਹਿਲੀ ਰਾਤੀ ਫੁੱਲੜਾ ਫਲ ਵੀ ਪਛਾਂ ਰਾਤ, ਜੋ ਜਾਗਨ ਸੇ ਲੈਣਗੇ ਸਾਈਂ ਕੰਨੋ ਦਾਤ। ਤੋ ਸਾਈਂ ਦੀ ਮਰਿਆਦਾ, ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਨੇ, ਸੁਣਾ ਰਹੇ ਨੇ ਸਾਨੂੰ। ਅਗਲਾ ਸ਼ਲੋਕ ਗੁਰੂ ਨਾਨਕ ਦਾ ਹੈ। ਇਸ ਸ਼ਲੋਕ ਦੇ ਨਾਲੇ ਦੂਜਾ ਸ਼ਲੋਕ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ। ਉਹ ਬੇਪਰਵਾਹ ਵੀ ਬੜਾ ਹੈ। ਨਿਯਮ ਤੇ ਜ਼ਰੂਰ ਹੈ, ਮਰਿਆਦਾ ਤੇ ਜ਼ਰੂਰ ਹੈ। ਜੋ ਉਸ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ, ਪਰ ਜਿਸ ਤੇ ਉਹ ਗੈਬੀ ਮਿਹਰ ਕਰ ਦਿੰਦਾ ਹੈ, ਸੁੱਤੇ ਨੂੰ ਵੀ ਆਪ ਉਠਾਲ ਦਿੰਦਾ ਹੈ। ਕਿਸੇ ਮਰਿਆਦਾ ਦੇ ਚੋਂ ਬਜਿਆ ਹੋਇਆ ਨਹੀਂ। ਅਕਰਮ ਹੈ, ਅਧਰਮ ਹੈ, ਉਹ ਬੇਪਰਵਾਹ ਵੀ ਹੈ। ਅਦਾਲਤ ਦੇ ਵਿੱਚ ਇੱਕ ਕਾਨੂੰਨ ਹੈ, ਔਰ ਉਸ ਕਾਨੂੰਨ ਦੇ ਮੁਤਾਬਕ ਫੈਸਲਾ ਹੋਵੇਗਾ। ਈਸ਼ਵਰ ਅਦਲ ਕਰਦਾ ਹੈ, ਜਾਂ ਈਸ਼ਵਰੀ ਦੁਨੀਆ ਇੱਕ ਅਦਾਲਤ ਹੈ, ਲੇਕਿਨ ਉੱਥੇ ਬੇਪਰਵਾਹੀ ਵੀ ਹੈ, ਬਖਸ਼ਿਸ਼ ਵੀ ਹੈ। ਬਖਸ਼ਿਸ਼ ਲਈ ਕੋਈ ਜਗ੍ਹਾ ਨਹੀਂ ਹੈ ਅਦਾਲਤ ਦੇ ਵਿੱਚ। ਕਾਨੂੰਨ ਕਾਨੂੰਨ ਹੈ, ਸਭ ਲਈ ਇੱਕ ਹੈ, ਪਰ ਉੱਥੇ ਉਹ ਬੇਪਰਵਾਹ ਵੀ ਹੈ। ਉਹਦੀ ਬੇਪਰਵਾਹੀ ਐਸੀ ਵੀ ਹੈ, ਹੋ ਸਕਦਾ ਹੈ
गन का एक वेसवा है और देवियां तो उच्ची हो गई, भक्तनी हो गई। अजामल एक वक्त दा दुराचारी मनुख है, भगत हो गया। बाल्मीक एक वक्त दा डाकू है, कातल है। कमाल दी गल, चोटी दे ऋषियां दे च ओ शुमार, चोटी दे कवियां दे च ओ शुमार, चोटी दे संगीतकारां दे च ओ शुमार। ब्रह्मे ने जिस संगीत नूं वेदां दे च दर्ज कीता, उस संगीत नूं अपनी जबान नाल प्रगट कीता बाल्मीक ने। इनू आदि संगीतकार मनते ने, आदि कवि मनते ने। और कमाल दी गल, इतना ज्ञान निकलिया उसके अंदरों। पर कह दईए ते कातल सी, ये ते डकैत सी। इते रोज एक बंदा लुट ना लवे ते इसनूं चैन नहीं मिलता सी, कतल ना कर देवे इसनूं चैन नहीं मिलता सी। एक जा गंदे ना लहन, एक ना सुतियां दे उठाल। मैं बहुते प्रमाण ते संबंध च ना जुटावा, क्योंकि ऐसा ना हो जेड़े किधरे अमृत वेले उठते होण ते सोचिए हुण चलो रब ही उठाएगा, उदों ही उठांगे। नहीं उठना। सवेरे उठना एक मर्यादा है, इसकी पालना तो करनी पेगी। पर वो परिपूर्ण परमात्मा अदल ते करदा है, इंसाफ ते करदा है। जो उठ रहा है वो तो वांझा नहीं रहेगा, पर वो बख्शिंद भी है। इस दे उत्ते एक मैं गाथा पढ़ी सी, 1 मिनट कह के मैं समाप्ति करना, समा हो गया। अंगूरां दा बहुत वड्डा बाग सी एक मालिक दा, और उन अंगूर तोड़न वास्ते मजदूर चाहिए सन। उन्हें अपने करिंदे भेजे मजदूरां दी तलाश दे। कुछ ते सवेरे सवेरे आ गए, सूरज उगदे ही आ गए, तोड़न लग पे। उस जमाने का नियम कि सूरज निकले है काम शुरू करो, सूरज डुबे है काम खत्म करो। कम से कम 12 घंटे हो जाते सन। मजदूरी बहुत औखी सी किसी जमाने, मेहनत बहुत करनी पैंदी सी। सूरज दे निकलदियां करो, सूरज दे डुबदियां हुण छोड़ो। लेकिन कुछ मजदूर करिंदे लभ के लिया, अद्धा दिन लंघ गया। आदमी बहुत चाहिए सन, काम बहुत ज्यादा सी, अंगूर बहुत पक जाने सन, खराब हो जाने सन। तो मालिक चाहता सी कि 2 दिन सारे टुट जाने चाहिए। खैर दिन भर अंगूर ये मजदूर तोड़ दे रहे, ढेरियां लग गई। ये मालिक चूंकि मुसलमान सी और मोहम्मद साहब ने यह आख्या कि मजदूर दा पसीना सुखे उस तो पहले उसकी मजदूरी दे दे। ते उन्होंने सारियां नूं कतार च खड़े हो जाओ, जिहड़ी मजदूरी मैं थानू कहीए 2 दिरहम वो मैं देना। देन लगा, सब नूं देन लगा। जब सारियां नूं 2-2 दिरहम दिते तो कुछ एक ने बगावत कर दी, गिला कर दिता। मालिक ये तो बेइंसाफी है, क्यों मैं घट दिता है? थोड़े नाल 2 दिरहम मजदूरी ठहराई सी दिन भर दी, जो मैं वायदा किया क्या नहीं दिता बई वो तो तुसी दिता है, फिर केड़ी बेइंसाफी है? ये जड़े आए ने बाद विच अद्धा दिन जिन्हां ने काम किया है, इन्हां नूं भी तुसी 2 दिरहम, ते जिसने सारा दिन काम किया है उन्होंने भी 2 दिरहम। हिसाब के मुताबिक उन्हों की अद्धी मजदूरी बनती है 1 दिरहम। कहता ठीक है, थानू थोड़ा हक मिल गया कि नहीं? कहना सानू साडा हक मिल गया। इन्हों भी मैं 2 दे दिते ने, मेरी मर्जी। ये मेरी मर्जी, मेरे को ज्यादा है, मैं चाहना ये भी 2 ले जा, मेरी मर्जी। भावें नियम पूर्वक तो इन्हों का 1 दिरहम बनता है, अद्धा दिन काम किया है, पर मैं 2 देना, मेरी खुशी, मेरी मर्जी। वो जो जागे है, रोज जागे है, कई दिन का जागे है, इहदा जागना वांझा तो नहीं रहेगा, पर ਉਹਦੇ अंदर ये ईर्खा पैदा हो जाए कि हद हो गई, ये कदी जागया नहीं तो ये इन्नी सरूर, इतनी मस्ती।
मैं अपनी जिंदगी 5-7 विद्यार्थी देखे जो मेरे कोल कुछ अर्थ बहुत पढ़ते सन। उन्होंने मैं जब रब्बी रंगण दे देखिया, अज तो 10-12 साल पुरानी गल, मेरे मन दे ईरखा पैदा हो गई। मैं कहा हद हो गई, असी तो ट्रैफिक पुलिस की तरह रह गए, इंज हथ दिखाते इंज जाओ ये लंघ गए, घर पहुंच गए, ये टिकाने ते पहुंच गए। उस दिन मैनू पता चलिया कि धार्मिक ईरखा भी होंदी है, सिर्फ संसारी ईरखा नहीं, धार्मिक ईरखा भी होंदी है। उस दिन मैनू इसका अनुभव होया, क्योंकि उन्होंने देख के मैनू ईरखा हुई। मैं कहा हद हो गई, पढ़दे मेरे कोल सन, सिखाया मैं इन्होंने, सिर खपाई मैं करदा रहा, ये रब्बी रस दे च लीन हो गए, ये परम आनंद बन गए ने। मेरे अंदर ईरखा भी जागी, गिला भी जागया, पर इस कहानी ने मेरे मन नू शांत किया नहीं। उहदी बेपरवाही, एक जागन दे नाल हैन, एक ना सुतियां दे उठा, दाती साहिब संधियां क्या चले तिस नाल, एक जागन दे नाल हैन, एक ना सुतियां दे उठाल। वो जो एक है, किसी कर्म दे बंधन दे च नहीं, किसी धर्म दे बंधन दे च नहीं। उस एक दा रंग की है, रूप की है, सुभाव की है, किरदार की है, आचार की है, जिस ढंग की व्याख्या गुरु नानक ने की है, जिस बोलां च की है, उन्होंने कहते हैं मूल मंत्र वो एक की है। इसकी बाकी व्याख्या कल आप जी के सामने जो है करांगे। आप समय सिर पहुंचने की कृपालता करनी है। 9 बजे का समाप्ति कर दिता करेगा। सारिਆਂ ਦਾ हार्दिक तौर पर धन्यवाद। भुल चुक की क्षमा। वाहिगुरू जी का खालसा, वाहिगुरू जी की फतेह।